ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਵੀ ਰਸ਼ੀਆ ਨੂੰ G20 ਜਿਹੜੇ ਮੁਲਕ ਹੈਗੇ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ। ਰਸ਼ੀਆ ਦੀ ਇਕਨੋਮੀ ਉਹਨਾਂ ਨੇ ਕਿਹਾ ਵੀ ਆਲਰੇਡੀ ਹਾਫ ਹੋ ਗਈ ਆ, ਅੱਧੀ ਹੋ ਗਈ ਹੈਗੀ ਆ ਜਦੋਂ ਤੋਂ ਯੂਕਰੇਨ ਦੇ ਵਿੱਚ ਰਸ਼ੀਆ ਵਾਲਿਆਂ ਨੇ ਐਂਟਰ ਕੀਤਾ ਹੈਗਾ ਆ। ਸੋ ਜੇ ਕਹਿੰਦੇ ਗਰੁੱਪ ਆਫ 20 ਨੇਸ਼ਨ ਦੇ ਵਿੱਚੋਂ ਰਸ਼ੀਆ ਨੂੰ ਕੱਢਿਆ ਜਾਂਦਾ ਆ ਤੇ ਕ੍ਰੈਮਲਿਨ ਆਈਸੋਲੇਟ ਹੋ ਜਾਊਗਾ ਤੇ ਗਲੋਬਲ ਇਕਨੋਮੀ ਦੇ ਕਰਕੇ ਰਸ਼ੀਆ ਦੇ ਉੱਤੇ ਰਿਸਟ੍ਰਿਕਸ਼ਨਸ ਲੱਗ ਜਾਣਗੀਆਂ। ਸੋ ਆਪੇ ਹੀ ਇਹ ਗੋਡਿਆਂ ਭਾਰ ਪੈ ਜਾਊਗਾ। ਸੋ ਇਹ ਸਾਰਾ ਕੁਝ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਨਾਟੋ ਦੇ ਹੈੱਡਕੁਆਰਟਰਸ ਬਰਸਲ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਹੈਗਾ। ਤੇ ਕਹਿੰਦੇ ਪਈ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਜਿਹੜੇ ਮੁਲਕ ਹੈਗੇ ਆ ਉਹ G20 ਦੇ ਵਿੱਚ ਉਹਨਾਂ ਨੂੰ ਇੱਦਾਂ ਦੇ ਟਾਇਰੈਨੀਕਲ ਉਹਨਾਂ ਨੇ ਸ਼ਬਦ ਵਰਤੇ ਆ ਵੀ ਜਿਹੜੇ ਮੁਲਕ ਆ ਉਹਨਾਂ ਨੂੰ ਨਹੀਂ ਐਂਟਰ ਕਰਨਾ ਚਾਹੀਦਾ। ਤੇ ਆਥੋਰੀਟੇਰੀਅਨ ਜਿਹੜੇ ਕੰਟਰੀਜ਼ ਹੈਗੇ ਆ ਜਿਸ ਤਰ੍ਹਾਂ ਕਿ ਚਾਈਨਾ ਤੇ ਸਾਊਦੀ ਅਰੇਬੀਆ ਵੀ ਇੱਕ ਤਰ੍ਹਾਂ ਨਾਲ ਇੱਕੋ ਹੀ ਪਰਸਨ ਰੂਲ ਕਰ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਨਾਲ ਲੈਸਨ ਲਰਨ ਕਰਨਾ ਚਾਹੀਦਾ। ਕਹਿੰਦੇ ਵੀ ਜੇ ਉਹ ਵੀ ਇੱਥੋਂ ਜਿੱਦਾਂ ਨਹੀਂ ਸਾਥ ਦਿੰਦੇ ਤੇ ਘੱਟੋ ਘੱਟ ਉਹਨਾਂ ਦਾ ਜਿਹੜਾ ਆ ਇਹਦੇ ਵੱਲ ਵੀ ਦੇਖਣਾ ਚਾਹੀਦਾ ਹੈਗਾ ਆ। ਸੋ US ਤੇ ਹੋਰ ਜਿਹੜੇ ਇਹਨਾਂ ਦੇ ਅਲਾਈਜ਼ ਹੈਗੇ ਆ ਉਹਨਾਂ ਨੇ ਰਸ਼ੀਆ ਨੂੰ 2014 ਦੇ ਵਿੱਚੋਂ ਜਦੋਂ ਰਸ਼ੀਆ ਨੇ ਅਨੈਕਸੇਸ਼ਨ ਕੀਤੀ ਸੀ ਕ੍ਰੀਮੀਆ ਦੀ ਉਸ ਟਾਈਮ ਤੇ G7 ਜਿਹੜਾ ਗਰੁੱਪ ਆਫ 8 ਹੁੰਦਾ ਸੀ ਉਹਦੇ ਚੋਂ ਇਹਨਾਂ ਨੂੰ ਕੱਢ ਦਿੱਤਾ ਸੀ। ਬਾਅਦ ਦੇ ਵਿੱਚ ਉਹ G7 ਚਲੇ ਗਿਆ ਗਰੁੱਪ ਆਫ 7 ਦੇ ਵਿੱਚ। ਜੀ ਬਿਲਕੁਲ। ਸੋ ਇਸ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਉਹ 1 ਲੱਖ ਸ਼ਰਨਾਰਥੀ ਜਿਹੜੇ ਯੂਕਰੇਨ ਤੋਂ ਆ ਉਹਨਾਂ ਨੂੰ ਅਸੈਪਟ ਕਰਨਗੇ ਅਮਰੀਕਾ ਦੇ ਵਿੱਚ। ਆਪਾਂ ਦੇਖ ਰਹੇ ਹਾਂ ਵੀ ਇਹ ਪਹਿਲਾਂ ਹੀ ਜਿਹੜੇ ਬਾਰਡਰ ਨੂੰ ਲੈ ਕੇ ਕਾਫੀ ਤਰੀਕੇ ਨੂੰ ਰਿਫਿਊਜੀਜ਼ ਨੂੰ ਲੈ ਕੇ ਅਸਾਈਲਮ ਵਾਲਿਆਂ ਨੂੰ ਲੈ ਕੇ ਇੱਥੇ ਵੋਇਸ ਕਿੱਦਾਂ ਦੀ ਜਿਹੜੀ ਉਹ ਚੱਲਦੀ ਆ, ਪਰ ਯੂਕਰੇਨ ਇਸ ਟਾਈਮ ਬਹੁਤ ਹੀ ਮਾੜੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਆ। ਸੋ ਇਹ ਇਹਨਾਂ ਨੇ ਫੈਸਲਾ ਲਿਆ ਵੀ 1 ਲੱਖ ਰਿਫਿਊਜੀ ਆ ਉਹਨਾਂ ਨੂੰ ਸ਼ਰਨ ਦਿੱਤੀ ਜਾਊਗੀ ਅਮਰੀਕਾ ਦੇ ਵਿੱਚ ਜਿਹੜੇ ਰੂਸ ਦੀ ਇਨਵੇਜਨ ਤੋਂ ਬਚ ਕੇ ਆ ਰਹੇ ਆ। ਪਰ ਜੇ ਆਪਾਂ ਕੁਛ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਵਾਲਿਆਂ ਨੂੰ ਇੱਦਾਂ ਦੀ ਚੀਜ਼ ਜਿਹੜੀ ਉੱਥੇ ਜ਼ਰੂਰ ਨਹੀਂ ਮਿਲੇ ਸੀਗੀ। ਸੋ ਰਾਸ਼ਟਰਪਤੀ ਬਾਈਡਨ ਉਹ ਯੂਰਪ ਦੇ ਵਿੱਚ ਗਏ ਨੇ। ਨਾਟੋ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਜਿਹੜੀ ਉਹ ਕਰਨੀ ਆ। ਸੋ ਉਧਰ ਅੱਜ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਆ ਉਹਨਾਂ ਨੇ ਨਾਟੋ ਲੀਡਰਸ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਇੱਕ ਵਾਰੀ ਫੇਰ ਗੁਹਾਰ ਲਾਈ ਆ ਵੀ ਯੂਕਰੇਨ ਨੂੰ ਬਹੁਤ ਵੱਡੀ ਅਨਰਿਸਟ੍ਰਿਕਟਿਡ ਮਿਲਟਰੀ ਹੈਲਪ ਜਿਹੜੀ ਉਹ ਚਾਹੀਦੀ ਆ। ਹੁਣ ਤੱਕ ਇਸ ਲੜਾਈ ਦੇ ਕਰਕੇ ਯੁੱਧ ਦੇ ਕਰਕੇ 3.5 ਮਿਲੀਅਨ ਤੋਂ ਵੱਧ ਲੋਕ ਯੂਕਰੇਨ ਨੂੰ ਛੱਡ ਕੇ ਜਾ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਮੈਕਰੋਨ ਜਿਹੜੇ ਫਰਾਂਸ ਦੇ ਨੇ ਉਹਨਾਂ ਨੇ ਕਿਹਾ ਵੀ ਇਸ ਕਰਕੇ ਬਹੁਤ ਵੱਡਾ ਫੂਡ ਕ੍ਰਾਈਸਿਸ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੇਗਾ। ਵਾਈਟ ਹਾਊਸ ਦੇ ਅਧਿਕਾਰੀ ਜਿਹੜੇ ਆ ਹੋਰ ਜਿਹੜੀ ਪੁਤਿਨ ਦੀ ਐਡਮਿਨਿਸਟ੍ਰੇਸ਼ਨ ਆ ਤੇ ਰੂਸ ਦੇ ਉੱਤੇ ਸੈਂਕਸ਼ਨਸ ਆ ਉਸ ਦੇ ਬਾਰੇ ਆਪਣੀ ਐਡਮਿਨਿਸਟ੍ਰੇਸ਼ਨ 'ਚ ਗੱਲਬਾਤ ਕਰਨਗੇ ਵੀ ਹੋਰ ਰੋਕਾਂ ਕਿਹੜੀਆਂ ਲਗਾਈਆਂ ਜਾ ਸਕਦੀਆਂ ਆ। ਯੂਕਰੇਨ ਤੇ ਰਸ਼ੀਆ ਨੇ ਆਪਸ ਦੇ ਵਿੱਚ ਅੱਜ ਪਹਿਲੀ ਵਾਰੀ ਫੁੱਲ ਫਲੈਜਡ ਮਿਲਟਰੀ ਪ੍ਰਿਜ਼ਨਰਸ ਆ ਉਹਨਾਂ ਨੂੰ ਐਕਸਚੇਂਜ ਜਿਹੜਾ ਕੀਤਾ, ਜਿਹੜੇ ਇਹਨਾਂ ਨੇ ਫੜੇ ਆ ਤੇ ਜਿਹੜੇ ਉਹਨਾਂ ਨੇ ਫੜੇ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਲਈ ਉਹਨਾਂ ਨੇ ਛੱਡੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਉਧਰ ਡਿਪਾਰਟਮੈਂਟ ਆਫ ਜਸਟਿਸ ਨੇ 4 ਜਿਹੜੇ ਰਸ਼ੀਅਨ ਗਵਰਨਮੈਂਟ ਦੇ ਜਿਹੜੇ ਵਰਕਰਸ ਆ ਉਹਨਾਂ ਨੂੰ ਐਨਰਜੀ ਸੈਕਟਰ ਦੀ ਹੈਕਿੰਗ ਦੇ ਲਈ ਚਾਰਜ ਕੀਤਾ ਆ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀਗਾ ਵੀ ਬਹੁਤ ਸਾਰੇ ਬਿਜ਼ਨੈਸਿਸ ਦੇ ਉੱਤੇ ਰੂਸ ਦੇ ਦੁਆਰਾ ਹੈਕਿੰਗ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਉਸ ਤੋਂ ਅਗਲੇ ਦਿਨ ਹੀ ਇਹ ਖਬਰ ਆਈ ਸੀ ਵੀ US ਫਰਮਸ ਤੇ US ਐਨਰਜੀ ਖੇਤਰ ਦੀਆਂ ਬਹੁਤ ਸਾਰੀਆਂ ਫਰਮਸ ਦੇ ਵਿੱਚ ਕੁਝ ਰਸ਼ੀਅਨ ਲੋਕਾਂ ਦੇ ਦੁਆਰਾ ਹੈਕਿੰਗ ਕੀਤੀ ਗਈ ਸੀ। ਉਹਨਾਂ ਨੇ ਪੂਰੇ ਨੈਟਵਰਕ ਨੂੰ ਅੰਦਰੋਂ ਬਾਹਰੋਂ ਜਿਹੜਾ ਉਹ ਦੇਖਿਆ ਤੇ ਹੁਣ ਉਸ ਦੇ ਵਿੱਚ 4 ਚਾਰਜਿਸ ਲਿਆਂਦੇ ਗਏ ਹੈਗੇ ਆ। ਸੋ ਉਧਰ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਰਸ਼ੀਅਨ ਪਾਰਲੀਮੈਂਟ ਦੇ ਜਿਹੜੇ 160 ਮੈਂਬਰਸ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾ ਦਿੱਤੀਆਂ ਆ ਜਿਸ ਨੂੰ ਉੱਥੇ ਰਸ਼ੀਅਨ ਫੈਡਰੇਸ਼ਨ ਕੌਂਸਲ ਆਖਿਆ ਜਾਂਦਾ ਹੈ।